ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਪੰਜਾਬ ਸਟੱਡੀ ਹੱਬ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਤਾਂ ਜਿਸ ਨੇ ਵੀ ਸਵੇਰ ਮਾਰਨਿੰਗ ਦੇ ਵਿੱਚ ਏਸ਼ੀਅੰਟ ਇੰਡੀਆ ਦਾ ਲੈਕਚਰ ਵੇਖਿਆ ਹੋਵੇਗਾ ਫਸਟ ਲੈਕਚਰ, ਤਾਂ ਉਹ ਇਸ ਕੁਐਸਚਨ ਨੂੰ ਕਰ ਸਕਦੇ ਨੇ, ਕਿਉਂਕਿ ਇਹ ਸਾਰੇ ਕੁਐਸਚਨ ਜਿਹੜੇ ਨੇ ਉਹ PCS ਵਧੀਆ ਜਿਹੜੇ ਵੀ ਪੇਪਰ ਨੇ ਉਹਨਾਂ ਦੇ ਵਿੱਚ ਆਏ ਹੋਏ ਨੇ, ਉਹਨਾਂ ਦੀ ਅਸੀਂ ਪ੍ਰੈਕਟਿਸ ਕਰਾਂਗੇ। ਤਾਂ ਸੋ ਪੇਪਰ ਦੇ ਵਿੱਚ ਆਉਣ ਦੇ ਪੂਰੇ ਚਾਂਸ ਨੇ। ਸੋ ਪਲੀਜ਼ ਪਹਿਲਾਂ ਉਹ ਲੈਕਚਰ ਜ਼ਰੂਰ ਵੇਖ ਲੈਣਾ। ਉਸ ਤੋਂ ਬਾਅਦ ਜੋ ਵੀ ਫੈਕਟ ਬਚ ਗਏ ਨੇ ਜਿਹੜੇ ਕਿ ਉਸ ਬੁੱਕ ਟੌਪਿਕ ਦੇ ਵਿੱਚ ਨਹੀਂ ਕਵਰ ਹੋਏ ਬੇਸਿਕ ਦੇ ਵਿੱਚ, ਤਾਂ ਉਹ ਇੱਥੋਂ ਲਿਖ ਲਿਆ ਜੀ ਤੁਸੀਂ, ਠੀਕ ਹੈ ਜੀ। ਇਸ ਕਰਕੇ ਤੁਹਾਡਾ ਪੂਰਾ ਟੌਪਿਕ ਜਿਹੜਾ ਹੈ ਉਹ ਕਵਰ ਹੋ ਜਾਊਗਾ। ਸੋ ਇਸ ਤਰ੍ਹਾਂ ਹੀ ਆਪਾਂ ਡੇਲੀ ਜਿਹੜਾ ਹੈ 10-10 ਕੁਐਸਚਨ ਕਰਾਂਗੇ, ਠੀਕ ਹੈ ਜੀ। ਤਾਂ ਪਹਿਲਾ ਕੁਐਸਚਨ ਦੇਖੋ, ਏਸ਼ੀਅੰਟ ਇੰਡੀਆ ਦੇ ਵਿੱਚ ਦੇਖੋ ਜੀ, ਰੋਬਰਟ ਬਰੂਸ ਜਿਹੜੇ ਫੁੱਟੇ ਸੀ ਉਹ ਐਕਚੁਅਲ ਦੇ ਵਿੱਚ ਉਹਨਾਂ ਨੇ ਇੰਡੀਆ ਦੇ ਵਿੱਚ ਫਸਟ ਪੈਲੋਲੀਥਿਕ ਸਾਈਟ ਡਿਸਕਵਰ ਕੀਤੀ ਸੀ। ਉਹ ਕੀ ਸੀ, ਉਹ ਕਿਹੜੇ ਮਤਲਬ ਪ੍ਰੋਫੈਸ਼ਨਲੀ ਉਹ ਕਿਸ ਤਰ੍ਹਾਂ ਦੇ ਪਰਸਨ ਸੀਗੇ? ਤਾਂ ਇਹਦਾ ਆਨਸਰ ਆਊਗਾ ਜੀ ਜੀਓਲੋਜਿਸਟ। ਇਹ ਹੁੰਦਾ ਜੀ ਜਦੋਂ ਆਪਾਂ ਜਿਓਗ੍ਰਾਫੀ ਨੂੰ ਆਪਾਂ ਸਟੱਡੀ ਕਰਦੇ ਹਾਂ ਤਾਂ ਉਹਦੀ ਇੱਕ ਸਟੱਡੀ ਹੁੰਦੀ ਹੈ ਜੀ, ਠੀਕ ਹੈ ਜੀ। ਅਤੇ ਇੱਕ ਆਰਕੋਲੋਜਿਸਟ, ਜਦੋਂ ਆਪਾਂ ਕੋਈ ਖੁਦਾਈ ਕਰਕੇ ਕੋਈ ਕੰਮ ਕੱਢਦੇ ਹਾਂ ਤਾਂ ਉਸ ਦੇ ਜਿਹੜੇ ਹੁੰਦੇ ਨੇ ਉਸ ਨੂੰ ਆਪਾਂ ਆਰਕੋਲੋਜਿਸਟ। ਇਹ ਦੋਨੋਂ ਹੀ ਪਰਸਨ ਸੀ ਅਤੇ ਕਿਹੜੇ ਦੇਸ਼ ਦੇ ਸੀ? ਇਹ ਬ੍ਰਿਟਿਸ਼ ਸੀਗੇ, ਠੀਕ ਹੈ ਜੀ। ਤਾਂ ਇਹਦੇ ਬਾਰੇ ਆਪਾਂ ਪੜ੍ਹਾਂਗੇ। ਇਹਨਾਂ ਦੇ ਦਿੱਤਾ ਹੋਇਆ ਦੇਖੋ ਜੀ, ਜਿਹੜੇ ਰੋਬਰਟਸ ਇਹਨਾਂ ਇਨਸਾਈਕਲੋਪੀਡੀਆ ਬ੍ਰਿਟਾਨੀਕਾ ਦਾ, ਉਹਦੇ ਵਿੱਚ ਰੋਬਰਟ ਜਿਹੜੇ ਫਰੂਟੇ ਸੀਗੇ ਇਹ ਬ੍ਰਿਟਿਸ਼ ਸੀਗੇ, ਜਿਓਲੋਜਿਸਟ ਅਤੇ ਆਰਕੋਲੋਜਿਸਟ, ਠੀਕ ਹੈ ਜੀ। ਇੰਡੀਅਨ ਪ੍ਰੀ ਹਿਸਟਰੀ ਵਾਸਤੇ ਫਾਦਰ ਮੰਨਿਆ ਜਾਂਦਾ, ਇੰਡੀਅਨ ਪ੍ਰੀ ਹਿਸਟਰੀ ਦੇ ਫਾਦਰ ਮੰਨਿਆ ਜਾਂਦਾ। ਇਹਨਾਂ ਨੇ ਜੀਓਲੋਜੀਕਲ ਸਰਵੇ ਆਫ ਦੇ ਡਾਕੂਮੈਂਟ ਦੇ ਵਿੱਚ ਜਿਹੜਾ ਕਿ ਜਿਹਦੇ ਅਕੋਰਡਿੰਗ ਇੰਡੀਆ ਦੀ ਪੈਲੋਲੀਥਿਕ ਸਾਈਟ ਨੂੰ ਫਾਈਂਡ ਕੀਤਾ ਸੀ, ਠੀਕ ਹੈ ਜੀ। ਇੱਥੋਂ ਹੀ ਸਾਨੂੰ ਉਹਨਾਂ ਆਪਣੀ ਪ੍ਰੀ ਹਿਸਟਰੀ ਦੇ ਬਾਰੇ ਪਤਾ ਲੱਗਿਆ ਸੀ। ਤਾਂ ਇਹ ਕੁਐਸਚਨ ਤੁਹਾਡਾ ਬਹੁਤ ਇੰਪੋਰਟੈਂਟ ਹੈ, ਤਾਂ ਤੁਸੀਂ ਇਹਨਾਂ ਦਾ ਰੋਬਰਟ ਬਰੂਸ ਫੁੱਟੇ ਦਾ ਨਾਮ ਯਾਦ ਰੱਖਣਾ। ਨੈਕਸਟ ਕੁਐਸਚਨ ਵੇਖਦੇ ਹਾਂ। ਦੇਖੋ ਜੀ, ਇਸ ਤਰ੍ਹਾਂ ਦਾ ਕੁਐਸਚਨ ਹੁੰਦਾ ਜਿਹੜਾ ਕਿ ਆਪਾਂ ਬੁੱਕ ਦੇ ਵਿੱਚ ਨਹੀਂ ਉਹਨੂੰ ਕਵਰ ਕਰ ਸਕਦੇ, ਪਰ ਇਸ ਤਰ੍ਹਾਂ ਦੇ ਕੁਐਸਚਨ ਕਈ ਵਾਰੀ ਪੇਪਰ ਦੇ ਵਿੱਚ PPSC ਦੇ ਪੇਪਰ ਦੇ ਵਿੱਚ ਆ ਜਾਂਦਾ ਹੁੰਦਾ। ਤਾਂ ਇਸ ਤਰ੍ਹਾਂ ਦਾ ਕੁਐਸਚਨ ਵੇਖੋ, ਇਹਦੇ ਵਿੱਚ ਕੀ ਹੈ, ਬਿਲਕੁਲ ਨਵਾਂ ਕੁਐਸਚਨ ਹੈ, ਇਹ ਫੈਕਟ ਲਿਖਣ ਵਾਲਾ ਹੈ। ਦੇਖੋ ਕਹਿੰਦਾ ਪਿਆ ਹੈ ਕਿ 3 ਸਟੇਜ ਸਿਸਟਮ, 3 ਏਜ ਸਿਸਟਮ ਹੈ ਸਾਡੇ ਕੋਲ। ਸਾਨੂੰ ਪਤਾ ਹੈ ਜੀ, ਸਟੋਨ ਏਜ ਸੀਗਾ, ਬਰੋਂਜ ਏਜ ਸੀਗਾ ਅਤੇ ਆਇਰਨ ਏਜ, ਠੀਕ ਹੈ ਜੀ। ਅਤੇ ਇਹਨਾਂ ਪਛਾਣ ਕਾਲ ਹੋ ਗਿਆ, ਕਾਂਸਿਆ ਯੁੱਗ ਹੋ ਗਿਆ ਅਤੇ ਆਇਰਨ ਯੁੱਗ ਹੋ ਗਿਆ ਜਿਹੜਾ। ਅਤੇ ਇਹਦੇ ਵਿੱਚ ਕੀ ਫ਼ਰਕ ਹੈ? ਅਤੇ ਇਹ ਕਹਿੰਦਾ ਪਿਆ ਸਟੋਨ, ਬਰੋਂਜ ਅਤੇ ਆਇਰਨ ਵਾਲੇ ਜਿਹੜੇ ਜਿਨ੍ਹਾਂ ਤਿੰਨਾਂ ਦਾ ਕਲੈਕਸ਼ਨ ਹੈ ਇਹ ਕੋਪਹੈਗਨ ਮਿਊਜ਼ਿਕ ਦੇ ਵਿੱਚ ਪਿਆ। ਕੋਪਹੈਗਨ ਕੀ ਹੈ? ਡੈਨਮਾਰਕ ਦੀ ਕੈਪੀਟਲ ਹੈ ਕੋਪਹੈਗਨ। ਉਹਨਾਂ ਦੇ ਮਿਊਜ਼ੀਅਮ ਦੇ ਵਿੱਚ ਪਿਆ ਜੀ ਇਹ 3 ਏਜ ਸਿਸਟਮ। ਇਹ ਡਿਫਾਈਨ ਮਤਲਬ ਜਿਹੜਾ ਕੁਆਇਨ ਹੈ ਇਹ ਕਿਹਨੇ ਕੀਤਾ ਸੀਗਾ, ਇਹ ਨਾਮ ਕਿਹਨੇ ਦਿੱਤੇ ਸੀਗੇ? ਤਾਂ ਇਹ ਇਸ ਤਰ੍ਹਾਂ ਦਾ ਕੁਐਸਚਨ ਜਿਹੜਾ ਹੈ ਇਹ ਬਿਲਕੁਲ ਨਵਾਂ ਕੁਐਸਚਨ ਹੈ। ਤਾਂ ਇਹਨਾਂ ਦਾ ਨਾਮ ਸੀਗਾ ਥੋਮਸਨ, ਠੀਕ ਹੈ। ਅਤੇ ਇਹ ਤੁਸੀਂ ਕੁਐਸਚਨ ਲਿਖ ਸਕਦੇ ਹੋ, ਬੜਾ ਹੀ ਇੰਪੋਰਟੈਂਟ ਕੁਐਸਚਨ ਹੈ। ਤਾਂ ਦੇਖੋ ਜੀ, ਕਮਿਸ਼ਨ ਰਿਪੋਰਟ ਆਈ ਸੀ, ਉਹਨਾਂ ਦੇ ਵੱਲੋਂ ਪ੍ਰੈਜ਼ੈਂਟ ਕੀਤਾ ਗਿਆ ਸੀਗਾ। ਦੇਖੋ ਜਿਹੜੇ ਥੋਮਸਨ ਸੀਗੇ 1818 ਦੇ ਵਿੱਚ ਤੋਂ ਲੈ ਕੇ 20 ਤੱਕ ਇਹਨਾਂ ਨੇ ਇਸ ਦੇ ਬਾਰੇ ਦੱਸਿਆ ਸੀਗਾ ਵੀ ਇਹ 3 ਸਟੇਜਾਂ ਹੁੰਦੀਆਂ ਨੇ, ਬਰੋਂਜ ਏਜ, ਆਇਰਨ ਏਜ, ਠੀਕ ਹੈ। ਇਸ ਤਰ੍ਹਾਂ ਦੀ ਸਟੇਜਾਂ ਦੇ ਬਾਰੇ ਇਹਨਾਂ ਨੇ ਦੱਸਿਆ ਸੀਗਾ। ਇਹ ਵੀ ਇੱਕ ਆਰਕੋਲੋਜਿਸਟ ਸੀਗੇ, ਠੀਕ ਹੈ ਜੀ। ਇਸ ਤਰ੍ਹਾਂ ਦਾ ਕੁਐਸਚਨ ਪੇਪਰ ਦੇ ਵਿੱਚ ਜ਼ਰੂਰ ਵੇਖਣ ਨੂੰ ਮਿਲਦਾ, ਤਾਂ ਤੁਸੀਂ ਧਿਆਨ ਨਾਲ ਕਰਨਾ। ਉਸ ਤੋਂ ਬਾਅਦ ਆਉਂਦਾ ਅਕੋਰਡਿੰਗ ਟੂ ਦਾ ਐਗਜ਼ਾਵੇਸ਼ਨ। ਜਦੋਂ ਹੋ ਰਿਹਾ ਸੀ ਐਵੀਡੈਂਸ ਆਪਾਂ ਕੱਢ ਰਹੇ ਸੀ, ਤਾਂ ਡੋਮੈਸਟੀਕੇਸ਼ਨ ਜਿਹੜਾ ਹੈ ਪਾਲਤੂ ਬਣਾਉਣਾ ਜਾਨਵਰਾਂ ਨੂੰ, ਉਹ ਕਿਹੜੇ ਪੀਰੀਅਡ ਦੇ ਵਿੱਚ ਸਟਾਰਟ ਹੋਇਆ ਸੀ? ਤਾਂ ਮੈਂ ਤੁਹਾਨੂੰ ਸਮਝਾਇਆ ਸੀਗਾ ਕਿ ਮੀਜ਼ੋਲਿਥਿਕ ਪੀਰੀਅਡ ਸੀਗਾ, ਜਦੋਂ ਖ਼ਤਮ ਹੋਣ ਵਾਲਾ ਸੀਗਾ ਤਾਂ ਪਾਲਤੂ ਜਿਹੜਾ ਹੈ ਡੋਗ ਨੂੰ ਪਹਿਲੀ ਵਾਰੀ ਬਣਾਇਆ ਗਿਆ ਸੀਗਾ, ਠੀਕ ਹੈ। ਇਹਦਾ ਇਹ ਵੀ ਯਾਦ ਰੱਖਣਾ ਵੀ ਕਿਹੜੇ ਜਾਨਵਰ ਨੂੰ ਸਭ ਤੋਂ ਪਹਿਲਾਂ ਬਣਾਇਆ ਗਿਆ ਸੀ, ਤਾਂ ਡੋਗ ਨੂੰ। ਤਾਂ ਪਹਿਲੇ ਜਿਹੜਾ ਮੀਜ਼ੋਲਿਥਿਕ ਹੈ ਇਹ ਤੁਸੀਂ ਨਾਮ ਯਾਦ ਰੱਖਿਆ ਜੀ। ਕਹਿੰਦੇ ਵੀ ਜਦੋਂ ਜਿਹੜੇ ਆਪਾਂ ਨੂੰ ਐਵੀਡੈਂਸ ਮਿਲਿਆ ਹੈ, ਐਵੀਡੈਂਸ ਦੇ ਵਿੱਚ ਡੋਮੈਸਟੀਕੇਸ਼ਨ ਜਿਹੜਾ ਹੈ ਉਹ ਐਨੀਮਲ ਦਾ ਸਟਾਰਟ ਹੋਇਆ ਸੀ ਮੀਜ਼ੋਲਿਥਿਕ ਪੀਰੀਅਡ ਦੇ ਵਿੱਚ, ਠੀਕ ਹੈ। ਇਹਨਾਂ ਦੇ ਅਰਲੀ ਪੀਸਟ ਐਵੀਡੈਂਸ ਸੇ ਤੁਹਾਨੂੰ ਇਹ ਪਤਾ ਲੱਗਦਾ ਕਿ ਇੰਡੀਆ ਦੇ ਇੱਕ ਤਾਂ ਆਦਮਗੜ੍ਹ ਹੈ ਇੱਕ, ਠੀਕ ਹੈ। ਇਹ ਹੋਸ਼ੰਗਾਬਾਦ ਮੱਧ ਪ੍ਰਦੇਸ਼ ਦੇ ਵਿੱਚ ਆਦਮਗੜ੍ਹ ਥਾਂ ਹੈਗੀ ਜਿੱਥੇ ਪਾਲਤੂ ਬਣਾਉਣ ਦੇ ਸ਼ਖਸ ਮਿਲੇ ਨੇ। ਇੱਕ ਬਾਗੋਰ ਹੈਗਾ, ਇਹ ਹੈਗਾ ਤੁਹਾਨੂੰ ਰਾਜਸਥਾਨ ਦੇ ਵਿੱਚ ਮਿਲੂਗਾ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਕਹਿੰਦਾ ਜੀ ਇਨ ਵਿਚ ਫੋਲੋਇੰਗ ਸਾਈਟਸ ਪ੍ਰੋਵਾਈਡ ਐਵੀਡੈਂਸ ਆਫ ਦਾ ਡੋਮੈਸਟੀਕੇਸ਼ਨ ਆਫ ਐਨੀਮਲ ਇਨ ਮੀਜ਼ੋਲਿਥਿਕ ਪੀਰੀਅਡ। ਹੁਣ ਦੇਖੋ ਉਹਨੇ ਦੋਨੇ ਸ਼ਹਿਰ ਪੁੱਛ ਲਏ। ਸ਼ਹਿਰ ਦਾ ਤੁਹਾਨੂੰ ਹੁਣੇ ਮੈਂ ਦੱਸਿਆ ਬਾਗੋਰ ਹੈ, ਇਹ ਕਿੱਥੇ ਹੈਗਾ ਤੁਹਾਡਾ? ਇਹ ਹੈਗਾ ਰਾਜਸਥਾਨ ਦੇ ਵਿੱਚ, ਠੀਕ ਹੈ। ਅਤੇ ਹੁਣ ਅਗਲਾ ਕੁਐਸਚਨ ਪੁੱਛੂਗਾ ਆਦਮਗੜ੍ਹ ਦਾ। ਦੇਖੋ ਆਦਮਗੜ੍ਹ ਦਾ ਕੁਐਸਚਨ ਪੁੱਛੀ ਜਾਂਦਾ। ਤਾਂ ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਇੱਕ ਵਾਰੀ ਪੜ੍ਹ ਲਿਆ ਆਪਾਂ ਦੁਬਾਰਾ ਉਸ ਨੂੰ ਨਹੀਂ ਪੜ੍ਹਾਂਗੇ। ਇਹਦੇ ਵਿੱਚ ਦੱਸਿਆ ਗਿਆ ਵੀ ਕਿੱਥੇ ਇਹ ਦੋਨੇ ਸ਼ਹਿਰ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ, ਮੀਜ਼ੋਲਿਥਿਕ ਪੀਰੀਅਡ ਅਤੇ ਆਦਮਗੜ੍ਹ ਅਤੇ ਬਾਗੋਰ, ਠੀਕ ਹੈ ਜੀ। ਇਸ ਤਰ੍ਹਾਂ ਦੇ ਕੁਐਸਚਨ ਪੇਪਰ ਦੇ ਵਿੱਚ ਆ ਜਾਂਦੇ ਨੇ। ਉਸ ਤੋਂ ਬਾਅਦ ਕਹਿੰਦਾ ਪਿਆ ਫਰੋਮ ਵਿਚ ਵਨ ਆਫ ਦਾ ਫੋਲੋਇੰਗ ਸਾਈਟਸ ਬੋਨ ਇੰਪਲੀਮੈਂਟ ਹੈਵ ਬੀਨ ਫਾਊਂਡ। ਮਤਲਬ ਜਿਹੜੇ ਬੋਨ ਹੁੰਦੀਆਂ ਹੱਡੀਆਂ ਤੋਂ ਬਣੇ ਹੋਏ ਮਣਕੇ ਵਗੈਰਾ ਜਿਹੜੇ ਹਾਰ ਸ਼ਿੰਗਾਰ ਦੇ ਜਿਹੜੇ ਸਮਾਨ ਨੇ ਉਹ ਕਿਹੜੀ ਸਾਈਟ ਤੋਂ
ਸਾਨੂੰ ਮਿਲਿਆ ਉਹਨਾਂ ਸਾਈਟਾਂ ਦੇ ਬਾਰੇ ਦੱਸਣਾ ਹੈ। ਇਹ ਬਹੁਤ ਡੈਪਥ ਦੇ ਵਿੱਚ ਕੁਐਸਚਨ ਆ ਗਿਆ, ਪਰ ਕਈ ਵਾਰੀ ਹੁੰਦਾ ਕਿ ਵਧੀਆ ਪੇਪਰ ਦੀ ਤਿਆਰੀ ਕਰਦੇ ਹੁੰਦੇ ਇਸ ਤਰ੍ਹਾਂ ਦੇ ਕੁਐਸਚਨ ਆ ਜਾਂਦੇ ਨੇ। ਅਤੇ ਦੇਖੋ PCS ਦਾ ਕੁਐਸਚਨ ਹੈ, ਠੀਕ ਹੈ ਜੀ, ਅਤੇ ਆਪਾਂ ਨੂੰ ਇਸ ਤਰ੍ਹਾਂ ਦੇ ਕੁਐਸਚਨ ਕਰਨੇ ਚਾਹੀਦੇ ਨੇ। ਤਾਂ ਕਿ ਅਸੀਂ ਇਹਨਾਂ ਜਿਹੜਾ ਨੋਰਮਲ ਕਿਤਾਬਾਂ ਹੁੰਦੀਆਂ ਨੇ ਉਹਦੇ ਵਿੱਚ ਇੱਦਾਂ ਦੇ ਕੁਐਸਚਨ ਨਹੀਂ ਹੁੰਦੇ, ਨਾ ਇਹਨਾਂ ਬਾਰੇ ਦੱਸਿਆ ਜਾਂਦਾ ਹੈ। ਤਾਂ ਇਹ 2 ਸ਼ਹਿਰ ਸੀਗੇ ਜੀ, ਮਹਾਦਹਾ ਅਤੇ ਸਰਾਏ ਨਹਰਵਾਏ। ਸਰਾਏ ਨਹਰਵਾਏ ਰਾਏ ਅਤੇ ਇਹ ਮਹਾਦਹਾ, ਜਿਹੜੇ ਇਹ ਦੋਨੇ ਸ਼ਹਿਰਾਂ ਦੇ ਨਾਮ ਤੁਸੀਂ ਯਾਦ ਕਰ ਲਓ, ਠੀਕ ਹੈ ਜੀ। ਇਹਨਾਂ ਦੇ ਬਾਰੇ ਅੱਗੇ ਆਪਾਂ ਡਿਟੇਲ ਦੇ ਵਿੱਚ ਵੇਖਾਂਗੇ। ਦੇਖੋ ਇਹਨਾਂ ਦੀ ਡਿਟੇਲ ਇੱਥੇ ਦਿੱਤੀ ਹੋਈ ਹੈ। ਕਹਿੰਦਾ ਪਿਆ ਵੀ ਜਿਹੜੇ ਬੋਨ ਤੋਂ ਬਣੇ ਹੋਏ ਜਿਹੜੇ ਹੌਰਨ ਹੈ, ਕੁਛ ਜੋ ਵੀ ਮੀਜ਼ੋਲਿਥਿਕ ਸਾਈਡ ਦੇ ਵਿੱਚ ਦੋ ਸ਼ਹਿਰ ਸੀਗੇ, ਮਹਾਦਾਏ ਅਤੇ ਸਰਾਏ ਨਾਹਰਵਾਲਾ। ਇਹਦੇ ਵਿੱਚ UP ਦੇ ਵਿੱਚ ਹੈਗਾ। ਇਹ ਕਿਤਾਬ ਹੈਗੀ ਆ ਪੂਰਵ ਤੱਤ ਵਿਮਰਸ਼ ਨਾਮ ਦੀ ਬੁੱਕ ਦੇ ਵਿੱਚ, ਜਿਹੜੀ ਕਿ ਡਾਕਟਰ ਜੈ ਨਾਰਾਇਣ ਵਗੈਰਾ ਨੇ ਲਿਖੀ ਹੋਈ ਹੈ, ਉਹਨਾਂ ਦੇ ਰਾਈਟਰ ਨੇ। ਇਹਨਾਂ ਨੇ ਦੱਸਿਆ ਸੀਗਾ ਵੀ ਇਹ ਜਿਹੜੇ ਔਰਨਾਮੈਂਟ ਹੁੰਦੇ ਸੀ, ਔਰਨਾਮੈਂਟ ਬੋਨ ਤੋਂ ਬਣੇ ਹੁੰਦੇ ਸੀ ਮੀਜ਼ੋਲਿਥਿਕ ਪੀਰੀਅਡ ਦੇ ਵਿੱਚ, ਠੀਕ ਹੈ। ਤਾਂ ਇਸ ਕਰਕੇ ਉਹਨੂੰ ਬੋਨ ਆਫ ਇੰਪਲੀਮੈਂਟ ਕਿਹਾ ਜਾਂਦਾ ਜਾਂ ਇੰਪਲੀਮੈਂਟ, ਠੀਕ ਹੈ, ਇਸ ਤਰ੍ਹਾਂ ਨਾਮ ਦਿੱਤਾ ਗਿਆ। ਤਾਂ ਤੁਸੀਂ ਯਾਦ ਰੱਖਣਾ ਹੈ, ਠੀਕ ਹੈ ਜੀ। ਦਮਦਮਾ ਵੀ ਹੈਗਾ ਇੱਕ, ਮਹਾਦਹਾ ਵੀ ਹੈ, ਠੀਕ ਹੈ। ਸਰਾਏ ਨਾਹਰਵਾਏ ਵੀ ਹੈ, ਠੀਕ ਹੈ। ਇਹ ਦੋਨੇ ਤਿੰਨੇ ਸ਼ਹਿਰ ਤੁਸੀਂ ਯਾਦ ਰੱਖਣੇ ਨੇ। ਉਹ ਦੇਖੋ ਨੈਕਸਟ ਕੁਐਸਚਨ ਸੇਮ ਇਸ ਤੋਂ ਰਿਲੇਟਡ ਆ ਗਿਆ। ਇਸ ਤੋਂ ਰਿਲੇਟਡ ਕੁਐਸਚਨ ਹੈ, ਬੋਰਨ ਔਰਨਾਮੈਂਟ ਇਨ ਦੀ ਮੀਜ਼ੋਲਿਥਿਕ ਕੰਟੈਕਸਟ। ਮੀਜ਼ੋਲਿਥਿਕ ਪੀਰੀਅਡ ਦੇ ਵਿੱਚ ਬੋਰਨ ਔਰਨਾਮੈਂਟ ਜਿਹੜੇ ਨੇ ਉਹ ਸਾਨੂੰ ਕਿਹੜੀ ਥਾਂ ਤੋਂ ਪ੍ਰੋਵਾਈਡ ਮਿਲੇ ਨੇ। 2 ਸ਼ਹਿਰ ਦਾ ਨਾਮ ਪੁੱਛ ਲਿਆ, ਸਰਾਏ ਹੁਣੇ ਆਪਾਂ ਕੀਤਾ, ਮਹਾਦਹਾ ਅਤੇ ਸਰਾਏ ਨਾਹਰਵਾਏ, ਠੀਕ ਹੈ। ਇਹ ਤੁਸੀਂ ਕੁਐਸਚਨ ਯਾਦ ਰੱਖਣਾ। ਉਸ ਤੋਂ ਬਾਅਦ ਆ ਗਿਆ ਕੁਐਸਚਨ 3 ਹਿਊਮਨ ਸਕੈਲਟਨ ਇਨ ਸਿੰਗਲ ਗਰੇਵ। ਸਿੰਗਲ ਮਤਲਬ ਇੱਕੋ ਕਬਰਿਸਤਾਨ ਦੇ ਵਿੱਚ ਤਿੰਨ ਤਰ੍ਹਾਂ ਦੇ ਦਫਨਾਏ ਹੋਏ ਜਿਹੜੇ ਪਰਸਨ, ਉਹਨਾਂ ਦਾ ਸਾਨੂੰ ਜ਼ਿਕਰ ਵੀ ਕਿਹੜੀ ਥਾਂ ਤੋਂ ਮਿਲਿਆ। ਦਮਦਮਾ ਨਾਮ ਦੀ ਇੱਕ ਥਾਂ ਹੈਗੀ ਆ, ਉਹਦੇ ਵਿੱਚ ਇਹ ਸਾਨੂੰ ਮਿਲਿਆ ਸੀਗਾ। ਅਤੇ ਦਮਦਮਾ ਥਾਂ ਜਿਹੜੀ ਹੈ ਕਿੱਥੇ ਹੈ, ਦੇਖੋ ਦਮਦਮਾ ਜਿਹੜੀ ਥਾਂ ਹੈ ਇਹ ਮੀਜ਼ੋਲਿਥਿਕ ਸਾਈਟ ਹੈ। ਕਿੱਥੇ ਹੈਗੀ ਹੈ, ਪ੍ਰਤਾਪਗੜ੍ਹ ਡਿਸਟ੍ਰਿਕਟ ਹੈ ਉੱਤਰ ਪ੍ਰਦੇਸ਼ ਦੇ ਵਿੱਚ। ਇਹਦੇ ਵਿੱਚ 41 ਹਿਊਮਨ ਗਰੇਵ ਮਿਲੀਆਂ ਨੇ ਸਾਨੂੰ, ਕਬਰਾਂ ਮਿਲੀਆਂ ਨੇ, ਜਿਹਦੇ ਵਿੱਚ ਕੀ ਹੈ 5 ਤਾਂ ਡਬਲ ਵਾਲੀਆਂ ਨੇ ਅਤੇ 1 ਟ੍ਰਿਪਲ ਵਾਲੀ ਹੈ। ਅਤੇ ਟ੍ਰਿਪਲ ਵਾਲਾ ਹੀ ਕੁਐਸਚਨ ਇਹਨੇ ਪੁੱਛਿਆ ਸੀਗਾ, ਜਿਸ ਕਰਕੇ ਇਹ ਕੁਐਸਚਨ ਬਣਿਆ ਸੀਗਾ, ਠੀਕ ਹੈ ਜੀ। ਦਮਦਮਾ ਕਿੱਥੇ ਹੈ, ਉੱਤਰ ਪ੍ਰਦੇਸ਼ ਦੇ ਵਿੱਚ ਮੀਜ਼ੋਲਿਥਿਕ ਸਾਈਟ ਹੈ, ਠੀਕ ਹੈ ਜੀ। ਇਹ ਵੀ ਯਾਦ ਰੱਖਣਾ ਹੈ ਤੁਸੀਂ। ਅਤੇ ਉਸ ਤੋਂ ਬਾਅਦ ਜਿਹੜੀ 4 ਵਾਲੀ ਹੈ, ਦੇਖੋ ਇੱਥੇ 4 ਵਾਲੀ ਵੀ ਹੈ, 4 ਹਿਊਮਨ ਸਕੈਲਟਨ ਵਾਲੀ ਇਹ ਵੀ ਹੈ। ਇਹ ਕੀ ਹੈ, ਸਰਾਏ ਨਾਹਰਵਾਲਾ ਜਿੱਥੇ ਬੋਨ ਦੇ ਬਣੇ ਹੋਏ ਔਰਨਾਮੈਂਟ ਵੀ ਮਿਲੇ ਨੇ ਅਤੇ 4 ਹਿਊਮਨ ਸਕੈਲਟਨ ਮਿਲਿਆ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਆਉਂਦਾ ਕਲਟੀਵੇਸ਼ਨ ਆਫ ਸੀਰੀਅਲਸ। ਵੀ ਪਹਿਲੀ ਵਾਰੀ ਖੇਤੀਬਾੜੀ ਖਾਣ ਵਾਲੀ ਫਸਲਾਂ ਦੀ ਖੇਤੀ ਜਿਹੜੀ ਹੈ ਉਹ ਕਿਹੜੀ ਦੇ ਵਿੱਚ ਸਟਾਰਟ ਕੀਤਾ ਗਿਆ ਸੀਗਾ। ਤਾਂ ਇਹ ਤੁਸੀਂ ਯਾਦ ਰੱਖਣਾ, ਜਦੋਂ ਵੀ ਨਿਊ ਵਰਡ ਆ ਗਿਆ, ਨਿਊ ਦੇ ਵਿੱਚ ਕੀ ਹੈ, ਐਗਰੀਕਲਚਰ ਨੂੰ ਸਟੇਬਲ ਕੀਤਾ ਗਿਆ ਸੀ। ਐਗਰੀਕਲਚਰ ਦੀ ਖੇਤੀ ਦਾ ਕੰਮ ਜਿਹੜਾ ਸਟਾਰਟ ਕੀਤਾ ਗਿਆ ਸੀ ਮੀਜ਼ੋਲਿਥਿਕ ਤੋਂ ਬਾਅਦ ਪੀਰੀਅਡ ਆਇਆ ਸੀ ਕਿਹੜਾ, ਨਿਊਲਿਥਿਕ ਪੀਰੀਅਡ, ਠੀਕ ਹੈ ਜੀ। ਨਿਊਲਿਥਿਕ ਏਜ ਦੇ ਵਿੱਚ ਆਪਾਂ ਕੀਤਾ ਸੀਗਾ। ਤਾਂ ਗ੍ਰੇਨ ਪਹਿਲੀ ਵਾਰੀ ਜਿਹੜੇ ਸੀਗੇ ਗ੍ਰੇਨ ਦੀ ਖੇਤੀ ਆਪਣੀ ਸਟਾਰਟ ਕੀਤੀ ਸੀ ਕਦੋਂ, ਜਿਹੜੇ ਕਣਕ ਜਿਹੜੀ ਹੈਗੀ ਆ ਉਸਨਾਂ ਦੀ ਖੇਤੀ ਆਪਾਂ ਸਟਾਰਟ ਕੀਤੀ ਸੀ ਨਿਊਲਿਥਿਕ ਏਜ ਦੇ ਵਿੱਚ, ਠੀਕ ਹੈ। ਹੁਣ ਐਗਰੀਕਲਚਰ ਇੰਟਰੋਡਿਊਸ ਇੰਡੀਆ ਦੇ ਵਿੱਚ ਤਾਂ ਹੋਇਆ ਸੀਗਾ, ਬਟ ਕਿੱਥੇ, ਕੋਲਦੀਵਾ ਅਤੇ ਮਹਿਰਾਂਗੜ੍ਹ ਅਤੇ ਕੋਲਦੀਵਾ। ਇਹ ਕੋਲਦੀਵਾ ਐਕਚੁਅਲ ਦੇ ਵਿੱਚ UP ਦੇ ਵਿੱਚ ਹੈ ਅੱਜ ਦੇ ਇੰਡੀਆ ਦੇ ਵਿੱਚ, ਬਟ ਇਹ ਜਿਹੜਾ ਮਹਿਰਾਗੜ੍ਹ ਜਾਂ ਮਹਿਰਾਨਗੜ੍ਹ ਵੀ ਕਹਿ ਦਿੰਦੇ ਆਪਾਂ, ਇਹ ਦੋਨੇ ਸਾਈਟਾਂ ਹੈਗੀ ਤਾਂ ਨਿਊਲਿਥਿਕ ਏਜ ਦੀਆਂ ਨੇ, ਜਿੱਥੋਂ ਖੇਤੀ ਦੇ ਸਾਕਸ਼ ਸਾਨੂੰ ਮਿਲੇ ਨੇ। ਇੱਕ ਦੇ ਰਾਈਸ ਦੇ ਮਿਲੇ ਸੀ, ਇੱਕ ਦੇ ਵੀਟ ਕਣਕ ਦੇ ਮਿਲੇ ਸੀ। ਤਾਂ ਇਹ ਜਿਹੜੀ, ਜੇ ਤਾਂ ਇੰਡੀਆ 'ਚ ਸਾਈਡ ਪੁੱਛੂਗਾ ਫਿਰ ਤਾਂ ਕੋਲਦੀਵਾ, ਜੇ ਪਾਕਿਸਤਾਨ 'ਚ ਪਹਿਲੀ ਸਾਈਡ ਪੁੱਛੂਗਾ ਤਾਂ ਮਹਿਰਾਨਗੜ੍ਹ, ਠੀਕ ਹੈ। ਮਹਿਰਾਨਗੜ੍ਹ ਦੀਆਂ ਪਹਾੜੀਆਂ ਵੀ ਪੁੱਛ ਸਕਦਾ ਹੈ। ਤਾਂ ਇਹ ਹੈਗੀਆਂ ਕਿਰਥਰ ਦੀ ਪਹਾੜੀਆਂ ਜਾਂ ਇਹਨਾਂ ਨੂੰ ਆਪਾਂ ਕਹਿੰਦੇ ਹਾਂ ਸੁਲੇਮਾਨ ਦੀ ਪਹਾੜੀਆਂ, ਠੀਕ ਹੈ। ਇਹ ਵੀ ਯਾਦ ਰੱਖਣਾ ਤੁਸੀਂ। ਆਪਣਾ 10ਵਾਂ ਕੁਐਸਚਨ ਅੱਜ ਦਾ ਦੇਖੀਏ। ਡਿਊਰਿੰਗ ਦਾ Neolithic age, earliest evidence of the origin of the agriculture have been found at which of the following place in northwestern। ਤੁਹਾਨੂੰ ਪਤਾ ਉਹ ਪੁੱਛਦਾ ਪਿਆ ਵੀ ਐਸੀ ਕਿਹੜੀ ਸਾਈਟ ਹੈ ਆਪਣੇ ਨਾਰਥ ਵੈਸਟ ਤੁਹਾਨੂੰ ਪਤਾ ਇਹ ਇੰਡੀਆ ਦਾ ਦੇਖੋ 4 ਡਾਇਰੈਕਸ਼ਨਾਂ ਹੁੰਦੀਆਂ, ਮੈਂ ਇੱਥੇ ਦੱਸ ਦੇਣਾ। ਆਹ 4 ਡਾਇਰੈਕਸ਼ਨਾਂ ਹੁੰਦੀਆਂ ਨੇ, ਉੱਪਰ ਕਿਹੜਾ ਹੁੰਦਾ ਨਾਰਥ, ਥੱਲੇ ਸਾਊਥ, ਇੱਥੇ ਕਿਹੜਾ ਹੁੰਦਾ ਵੈਸਟ ਅਤੇ ਇੱਥੇ ਹੁੰਦਾ ਈਸਟ। ਹੁਣ ਨਾਰਥ ਵੈਸਟ ਹਿੰਦੁਸਤਾਨ ਦਾ ਕਿਹੜਾ ਪਾਰਟ ਪੈਂਦਾ, ਪਾਕਿਸਤਾਨ ਹੀ ਪੈਂਦਾ। ਤਾਂ ਪਾਕਿਸਤਾਨ ਦੇ ਵਿੱਚ ਕਿਹੜੀ ਸਾਈਟ ਹੈ, ਪਾਕਿਸਤਾਨ ਦੇ ਵਿੱਚ ਮਹਿਰਾਨਗੜ੍ਹ ਸਾਈਟ ਹੈ, ਤੁਸੀਂ ਵੇਖ ਲਓ। ਇੱਥੇ ਹੀ ਸਾਨੂੰ ਆਪਣੀ ਖੇਤੀ ਦੇ ਸਾਕਸ਼ ਮਿਲੇ ਸੀ। ਛੱਤੀਸਗੜ੍ਹ PCS ਦੇ ਵਿੱਚ ਕੁਐਸਚਨ ਆਇਆ ਹੋਇਆ ਅਤੇ ਬਿਲਕੁਲ ਧਿਆਨ ਨਾਲ ਕੁਐਸਚਨ, ਜੇ UP ਪੁੱਛਦਾ ਅਤੇ ਉਹ ਇੰਡੀਆ ਕਹਿਣਾ ਸੀ ਉਹਨੇ ਸਪੈਸ਼ਲ, ਠੀਕ ਹੈ ਜੀ। ਅਤੇ ਆਈ ਹੋਪ ਕਿ ਤੁਹਾਨੂੰ 10 ਕੁਐਸਚਨ ਵਧੀਆ ਲੱਗੇ ਹੋਣਗੇ। ਇਹਦੇ ਨਾਲ ਦੇ ਜਿੰਨੇ ਵੀ 50 ਕੁਐਸਚਨ ਨੇ ਅਤੇ 5 ਸੀਰੀਜ਼ਾਂ ਬਣਨਗੀਆਂ 10 ਦੀਆਂ, ਅਤੇ ਆਪਾਂ ਉਹ ਸਾਰੀਆਂ ਵੇਖਾਂਗੇ, ਉਹਨੂੰ ਡਿਟੇਲ ਦੇ ਵਿੱਚ ਡਿਸਕਸ ਵੀ ਕਰਾਂਗੇ।
ਤੇ ਅੱਜ ਲਈ ਇੰਨਾ ਬਹੁਤ ਹੈ ਜੀ। ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਫॉर ਵਾਚਿੰਗ।